ਹਾਜ਼ਰ ਹਾਂ ਦੋਸਤੋ। ਜਿਸ ਪ੍ਰੋਗਰਾਮ ਨੂੰ ਤੁਸੀਂ ਪਿਆਰ ਦੇ ਰਹੇ ਹੋ ਤੇ ਮੇਰਾ ਵੀ ਹੌਸਲਾ ਬਣਿਆ ਹੋਇਆ। ਇੰਜ ਵੀ ਪੜ੍ਹਿਆ ਜਾ ਸਕਦਾ ਹੈ ਸਾਹਿਤ। ਪੰਜਾਬੀ ਬੁਲੇਟਿਨ ਵਾਲਿਆਂ ਦਾ ਵੀ ਹੌਸਲਾ ਬਣਿਆ ਹੋਇਆ। ਅਸੀਂ ਸੈਟਰਡੇ ਨੂੰ ਰਿਕਾਰਡਿੰਗ ਕਰਦੇ ਹੁੰਦੇ ਹਾਂ ਅਤੇ ਗੁਰਪ੍ਰੀਤ ਡੈਨੀ ਹੋਰੀ ਆਉਂਦੇ ਹੁੰਦੇ ਨੇ ਰਿਕਾਰਡਿੰਗ ਲਈ, ਅਤੇ ਉਹਨਾਂ ਨੇ ਕਿਹਾ ਕਿ ਕੱਲ੍ਹ ਦੀਵਾਲੀ ਹੋਣ ਕਰਕੇ ਸਾਰੇ ਵਿਅਸਤ ਹੋਵਾਂਗੇ, ਅੱਜ ਹੀ ਕਿਉਂ ਨਾ ਕਰ ਲਿਆ ਜਾਵੇ, ਕਿਉਂਕਿ ਲੋਕ ਐਤਵਾਰ ਨੂੰ ਹੁਣ ਉਡੀਕਦੇ ਆ, ਮਿਸ ਨਹੀਂ ਕਰਨਾ। ਮੇਰੇ ਵੀ ਮਨ 'ਚ ਸੀ ਕਿ ਮਿਸ ਤੱਕ ਕੀਤਾ ਹੀ ਨਹੀਂ ਜਾਣਾ ਚਾਹੀਦਾ। ਜੇ ਤੁਹਾਨੂੰ ਪਿਆਰ ਮਿਲ ਰਿਹਾ ਹੋਵੇ ਤਾਂ ਵਾਹਵਾ ਭਰਪੂਰ ਪਿਆਰ ਮਿਲਦਾ ਹੈ। ਅੱਜ ਅਸੀਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੀ ਪ੍ਰਕਾਸ਼ਨਾ ਹੈ ਫਿਕਸ਼ਨ ਗਲਪ ਦੀ ਕਿਤਾਬ ਕਹਾਣੀਆਂ ਦੀ। ਸਰਗੀ ਸਾਡੀ ਦੋਸਤ ਵਿਦਵਾਨ ਹੈ, ਡਾਕਟਰ ਸਰਗੀ ਹੈ, ਪਰ ਐਜ਼ ਕਹਾਣੀਕਾਰ ਉਹ ਸਰਗੀ ਹੈ। ਮੈਂ ਉਹਨੂੰ ਪੰਜਾਬੀ ਕਹਾਣੀ ਦਾ ਸਰਗੀ ਵੇਲਾ ਟਾਈਟਲ ਵੀ ਦਿੱਤਾ ਸੀ, ਸਰਗੀ ਨੂੰ ਪਿਆਰ ਨਾਲ। ਕਿਤਾਬ ਆਈ ਹੈ ਉਹਦੀ ਨਵੀਂ, ਆਪਣੇ ਆਪਣੇ ਮਰਸੀਏ। ਪੈਰ ਧਰਾਵਾ ਹੀ ਐਡਾ ਜ਼ਬਰਦਸਤ, ਅੰਗਦ ਵਰਗਾ, ਉਠਾਣ ਇੰਨੀ ਪਿਆਰੀ। ਮੈਂ ਕਈ ਵਾਰ ਅਸੀਂ ਫੋਨ ਕਰੀਏ ਤਾਂ ਮੋਹਰਿਓਂ ਬੰਦੇ ਦੀ ਉਠਾਣ ਦੇਖ ਕੇ ਦੱਸ ਦੇਈਦਾ ਵੀ ਇਹ ਕਿੱਥੇ ਖੜਾ ਹੈ, ਜਦੋਂ ਬੋਲਦਾ ਉਠਾਣ ਉਹਦੀ ਜਿਹੜੀ ਹੈ। ਸੋ ਸਰਗੀ ਦੀ ਉਠਾਣ ਹੌਂਟਡ ਹਾਊਸ 'ਚ ਜਦੋਂ ਕਹਿੰਦੀ ਆ ਮਾਵਾਂ ਦੇ ਤੁਰ ਜਾਣ ਨਾਲ ਕਈ ਭਰਮ ਵੀ ਤੁਰ ਜਾਂਦੇ ਹਨ। ਨਿੱਕੇ ਨਿੱਕੇ ਕੁੜੀਆਂ 'ਚ ਕਹਿੰਦੀ ਆ ਫੰਡਰ ਹੋ ਗਈ ਫਿਰ ਤਾਂ ਬਾਹਰ ਸੋਟੇ ਨੂੰ, ਘਰ ਬਾਹਰ ਫੰਡਰਾਂ ਨੂੰ ਥੋੜ੍ਹੀ ਸਾਂਭੀ ਜਾਵਾਂ। ਪਰਸੇ ਮੇਘ 'ਚ ਕਹਿੰਦੀ ਔਰਤ ਦੀ ਧਰਤੀ ਨੂੰ ਜਦ ਕਦੇ ਹਾਣੀ ਅੰਬਰ ਮਿਲ ਜਾਵੇ ਤਾਂ ਉਹ ਪਲ ਕਿਵੇਂ ਦਾ ਹੁੰਦਾ ਹੋਵੇਗਾ। ਹਾਣੀ ਅੰਬਰ ਜਦੋਂ ਕੌਮਿਆਂ 'ਚ ਰੱਖ ਕੇ ਗੱਲਾਂ ਕਰਦੀ ਹੈ। ਔਰ ਕਿਆ ਯਾਰ, ਸਰਗੀ ਆਪਣੇ ਆਪਣੇ ਮਰਸੀਏ। ਮੈਂ ਇਹਨਾਂ ਲੇਖਕਾਂ ਬਾਰੇ ਸਾਡੇ ਦੋਸਤ ਅਜੇ ਤਨਵੀਰ ਦਾ ਸ਼ੇਰ ਯਾਦ ਕਰ ਰਿਹਾ ਸੀ ਕਿ ਇਹ ਕਿੰਨੇ ਬਰੀਕ ਲੈ ਜਾਂਦੇ ਨੇ। ਉਹ ਨਿਸ਼ਾਨਦੇਹੀ ਕਰਦਾ ਕਿ ਕਿਵੇਂ ਮਿਲਦੀ ਹਵਾ ਰੁੱਖਾਂ ਨੂੰ ਹੁਣ ਮੈਂ ਵੇਖ ਲੈਂਦਾ ਹਾਂ। ਅਸਰ ਤੇਰੀ ਮੁਹੱਬਤ ਦਾ ਕੋਈ ਵੀ ਦੋਸ਼ ਨਾ ਮੇਰਾ। ਉਹ ਮੁਹੱਬਤ ਦਾ ਅਸਰ ਔਰ ਉਹ ਹਵਾ ਦਾ ਰੁੱਖ ਨੂੰ ਮਿਲਦਿਆਂ ਵੇਖ ਲੈਣਾ, ਉਹ ਅਹਿਸਾਸ ਇਹਨਾਂ ਲੇਖਕਾਂ 'ਚ, ਸਰਗੀ ਦੀਆਂ ਕਹਾਣੀਆਂ 'ਚ ਪੋਇਟਿਕ ਅਹਿਸਾਸ, ਨਜ਼ਮਮਈ ਅਹਿਸਾਸ। ਮੈਂ ਦੋ ਚਾਰ ਉਹਦੀਆਂ ਚੋਣਵੀਆਂ ਕਹਾਣੀਆਂ, ਪ੍ਰਤੀਨਿਧ ਕਹਾਣੀਆਂ ਜਿਨ੍ਹਾਂ ਨੂੰ ਮੈਂ ਕਹਾਂਗਾ, ਪੰਜਾਬੀ ਦੀਆਂ ਪ੍ਰਤੀਨਿਧ ਕਹਾਣੀਆਂ ਵੀ ਮੈਂ ਕਹਿ ਸਕਦਾ, ਕਿਉਂਕਿ ਅੱਜ ਜਿਹੜੇ ਲਿਖ ਰਹੇ ਨੇ ਮੈਂ ਉਹਨਾਂ ਦੇ ਦੇਖ ਰਿਹਾ ਸੀ। ਸਰਗੀ ਦੇ ਹਾਣੀ ਕਹਿ ਲਓ ਜਾਂ ਥੋੜ੍ਹੀ ਦੇਰ ਪਹਿਲਾਂ ਦੇ ਲੋਕ ਕਹਿ ਲਈਏ ਅਸੀਂ, ਜਾਂ ਖਾਸ ਕਰ ਜੇ ਮੈਂ ਬੀਬੀਆਂ ਕਹਿ ਲੈਣਾ, ਸਰਗੀ ਹੁਣਾਂ ਤੋਂ ਸੀਨੀਅਰ ਵੀ ਨੇ, ਜਾਂ ਉਹਨਾਂ ਦੇ ਤ੍ਰਿਪਤਾ ਕੇ ਸਿੰਘ ਹੋਰੀ ਨੇ, ਨਿਰਮਲ ਜਸਵਾਲ ਹੋਰੀ ਲਿਖ ਰਹੀਆਂ ਨੇ, ਪਵਿੱਤਰ ਕੌਰ ਮਾਟੀ ਹੋਰੀ ਲਿਖ ਰਹੇ ਨੇ, ਦੀਪਤੀ ਬਬੂਟਾ ਹੋਰੀ ਲਿਖ ਰਹੀਆਂ ਨੇ, ਹੋਰ ਬਲਵੀਰ ਕੌਰ ਰੀਹਲ ਹੋਰੀ ਲਿਖ ਰਹੇ ਨੇ ਕਹਾਣੀ। ਉਹਨਾਂ ਦਾ ਕਹਾਣੀ ਸੰਗ੍ਰਹਿ ਵੀ ਆਇਆ ਪਿੱਛੇ ਜਿਹੇ। ਤਾਂ ਉਹਨਾਂ ਤੋਂ ਕਿਵੇਂ ਹਟਵੀਂ ਹੈ ਸਰਗੀ, ਜਾਂ ਜਿਹੜੇ ਹੋਰ ਸਮਕਾਲੀ ਕਹਾਣੀਕਾਰ ਲਿਖ ਰਹੇ ਨੇ, ਜਤਿੰਦਰ ਹਾਂਸ ਲਿਖ ਰਿਹਾ, ਜਸਵੀਰ ਰਾਣਾ ਲਿਖ ਰਿਹਾ, ਕੁਲਵੰਤ ਗਿੱਲ ਲਿਖ ਰਿਹਾ, ਦਲਜੀਤ ਗਿੱਲ ਲਿਖ ਰਿਹਾ ਆ, ਹੈ ਨਾ। ਇਹਨਾਂ ਕਬੀਲਿਆਂ ਦੇ ਜਿਹੜੇ ਨੇ ਲਿਖ ਰਹੇ ਨੇ, ਜਦੋਂ ਸਰਗੀ ਆਉਂਦੀ ਹੈ ਉਹ ਕਿੱਥੇ ਖੜੇ ਨੇ ਅਤੇ ਸਰਗੀ ਕਿੱਥੇ ਖੜੀ ਹੈ। ਉਹਦੀਆਂ ਦੋ ਚਾਰ ਕਹਾਣੀਆਂ ਦੇ ਵਿੱਚੋਂ ਮੈਂ ਹਵਾਲਿਆਂ ਦੇ ਨਾਲ ਗੱਲ ਕਰਾਂਗਾ। ਸਰਗੀ ਗਹਿਰੀ ਕਿੱਥੇ ਹੈ? ਸਰਗੀ ਦੀ ਕਹਾਣੀਆਂ ਜਿਹਦੇ ਨਾਂ ਦੇ ਉੱਤੇ ਹੀ ਹੈ ਕਹਾਣੀ, ਬਹੁਤ ਸਸ਼ਕਤ ਕਹਾਣੀ, ਆਪਣੇ ਆਪਣੇ ਮਰਸੀਏ। ਦੋ ਬੀਬੀਆਂ ਪਾਤਰ ਨੇ, ਚੰਨੀ ਹੈ ਤੇ ਨਿੰਦੀ ਹੈ।
क्या जीवन है, क्या जीवन की क्रुएलिटी है, क्या समाजिक दाबा है। 2-3 गल्लां मैनूं याद आईयां। ये सारा कहानी संग्रह पढ़दे मैनूं डॉक्टर हरिभजन सिंह होरी बहुत याद आए। कई बार याद आउंदे ने क्योंकि उन्होंने जिस तरीके दे नाल ਸਾਹਿਤ ਨੂੰ समझिया, जिस तरीके दे नाल ਸਾਹਿਤ साडे पल्ले पाया, अज जे असी ਸਾਹਿਤ बारे कुछ विचार चर्चा करन दे योग होए हैं जां करदे हैं जां जिन्ने जोगे भी हैगे हैं, ਉਹਦੇ ਵਿੱਚ ਉਹਨਾਂ ਦਾ बहुत वड्डा योगदान है। 2 किताबां ਉਹਨਾਂ ਦੀਆਂ बहुत महत्वपूर्ण, खामोशी दा जजीरा, प्रेम प्रकाश की कहानी श्वेतांबर ने कहा सी बारे है, और प्यार ते परिवार मैं पहला भी कोट कीतियां हुई ने। यह किताबां प्यार ते परिवार, तरसेम नीलगिरी दीयां कहानियां, संगचूर, गंगा चों निकले हत्थ, होर 4-5 कहानियां नूं लैके लिखी गई किताब है प्यार ते परिवार। तुसीं इहदे नाम तो महसूस कर सकते हो। ਜਾਂ ਈਵਨ ਖਾਮੋਸ਼ੀ ਦਾ ਜਜ਼ੀਰਾ ਦੀਆਂ ਪੜਤਾਂ ਖੋਲ੍ਹਦੇ ਹਾਂ, ਇੱਕ ਕਹਾਣੀ ਦੇ ਉੱਤੇ ਪੂਰੀ ਕਿਤਾਬ ਲਿਖ ਦਿੱਤੀ ਉਹਨਾਂ ਨੇ। ਪੜਤਾਂ ਖੋਲ੍ਹਦੇ ਹਾਂ, ਪੜਤਾਂ ਖੋਲ੍ਹਦੇ ਹਾਂ, ਉਹ ਕਿਸ ਤਰੀਕੇ ਦੇ ਨਾਲ ਕਲਚਰਲ ਦਾਬੇ ਦੀ ਗੱਲ ਕਰਦੇ ਨੇ, ਜਿਹੜਾ ਅਚੇਤ ਰੂਪ 'ਚ ਕਿਤੇ ਘਰ ਘਰੀ ਬੈਠਾ ਹੁੰਦਾ ਹੈ। ਇਹ ਸੰਗ੍ਰਹਿ ਪੜ੍ਹਦੇ ਹਾਂ ਵੀ ਔਰਤ ਮਨ ਦੀ ਵਿਥਾ ਦਾ ਕਹਾਣੀਕਾਰ ਅਸੀਂ ਪ੍ਰੇਮ ਪ੍ਰਕਾਸ਼ ਨੂੰ ਕਹਿ ਦਿੰਦੇ ਹਾਂ, ਪਰ ਜਿਹੜੀ ਔਰਤ ਮਨ ਦੀ ਵਿਥਿਆ ਜਿਹੜੀ ਸਰਗੀ ਦੀਆਂ ਕਹਾਣੀਆਂ ਦੇ ਵਿੱਚੋਂ ਮੈਨੂੰ ਜਿਸ ਗੁੱਝ ਦੇ ਵਿੱਚੋਂ, ਜਿਸ ਗਹਿਰਾਈ ਦੇ ਵਿੱਚੋਂ, ਜਿਸ ਚਿੰਤਨ ਦੇ ਵਿੱਚੋਂ, ਜਿਸ ਰਿਐਲਿਟੀ ਦੇ ਵਿੱਚੋਂ, ਯਥਾਰਥ ਦੇ ਵਿੱਚੋਂ ਜਿਵੇਂ ਉਹ ਰੋਂਦੀ ਹੈ, ਜਿਵੇਂ ਉਹ ਕਰੂਅਲ ਹੁੰਦੀ ਆ, ਜਿਵੇਂ ਉਹਦੇ ਅੰਦਰ ਟੁੱਟ ਭੱਜ ਹੁੰਦੀ ਆ, ਉਹ ਜਿਵੇਂ ਸਾਨੂੰ ਕਈ ਵਾਰ परमात्मा ने साढ़े कन इस तरीके दे बनाए ने कि ब्रह्मांड च पता नहीं किन्नियां आवाज़ां पैदा हो रही होंदियां, किन्ने तारे टुट रहे होंदे आ, किन्ने तारे बिखर रहे होंदे आ, खिंड रहे होंदे आ, ग्रह खिंड रहे होंदे आ, किन्ने धमाके होंदे होणगे, किड्डियां आवाज़ां आउंदियां होणगीਆਂ, पर वो आवाज़ां साढ़े कन्नां तक नहीं जांदियां। सानूं सिर्फ ਉਹੀ सुनाई दिंदा जो सानूं सुन नेड़े तेड़े दा हो वापर रहा हुंदा है, ब्रह्मांड च तां हो रहा हुंदा है ना, पर राइटर दे कोल वो कंन हुंदे ने ਜਿਹੜਾ ब्रह्मांड दे विच होण वाले सारी टुट भज दी ਉਹ ब्रह्मंडी ਜਿਹੜੀਆਂ ਦਹਾੜਾਂ ਨੇ, ਉਹ ਟੁੱਟ ਭੱਜ ਕਾਰਨ ਪੈਦਾ ਹੋ ਰਹੀਆਂ ਜਿਹੜੀਆਂ ਆਵਾਜ਼ਾਂ ਨੇ, ਬੰਦੇ ਦੇ ਅੰਦਰ ਹੋ ਰਹੀਆਂ, ਜਿਹੜੀਆਂ ਔਰਤ ਦੇ ਅੰਦਰ ਹੋ ਰਹੀਆਂ, ਜਿਹੜੀਆਂ ਆਵਾਜ਼ਾਂ ਨੇ, ਜਿਹੜੀਆਂ ਆਮ ਬੰਦੇ ਨੂੰ ਸੁਣਾਈ ਨਹੀਂ ਦਿੰਦੀਆਂ, ਸਰਗੀ ਨੂੰ ਉਹ ਸੁਣਾਈ ਦਿੰਦੀਆਂ ਨੇ। ਤੇ ਉਹਨਾਂ ਨੂੰ ਉਹ ਜ਼ੁਬਾਨ ਵੀ ਉਸੇ ਹੀ ਅੰਦਾਜ਼ ਦੇ ਵਿੱਚ, ਉਸੇ ਹੀ ਖੁੱਲ੍ਹੇਪਣ ਦੇ ਵਿੱਚ, ਉਸੇ ਔਰਤ ਦੇ, ਜਿਸ ਔਰਤ ਦੇ ਦਰਸ਼ਨ ਤੁਹਾਨੂੰ ਮੈਂ ਤਲਵਿੰਦਰ ਸਿੰਘ ਨੂੰ, ਉਹਨੇ ਵਿਚਲੀ ਔਰਤ ਲਿਖਿਆ ਸੀ, ਮੈਂ ਤਲਵਿੰਦਰ ਸਿੰਘ 'ਚੋਂ ਦੇਖ ਰਿਹਾ ਸੀਗਾ ਕਿ ਔਰਤ ਚਿੱਤਰਦਿਆਂ ਉਹਦੇ ਮਨ 'ਚ ਕਿਤੇ ਹਮਦਰਦੀ ਆ ਰਹੀ ਹੈ। ਮੈਂ ਦੇਖ ਰਿਹਾ ਕਿ ਸਰਗੀ ਜੇ ਔਰਤ ਚਿੱਤਰ ਰਹੀ ਹੈ ਤਾਂ ਕਿਤੇ ਕੋਈ ਹਮਦਰਦੀ ਨਹੀਂ ਹੈ। ਨਹੀਂ ਭਾਈ, ਉਹਨੂੰ ਬਣਾਇਆ ਕਿਹਨੇ ਆ ਇੱਥੇ, ਉਹਨੂੰ ਲਿਆ ਕੇ ਖੜਾ ਕਿਹਨੇ ਕੀਤਾ ਇੱਥੇ, ਉਹ ਸਰਗੀ ਉਹ ਸਾਰਾ ਦੱਸਦੀ ਹੈ ਕਿ ਭਾਈ ਤੁਸੀਂ ਇਹਦੇ ਪਿੱਛੇ ਰੂਟਸ ਕੀ ਨੇ। ਜੇ ਚੰਨੀ ਜਾਂ ਨਿੰਦੀ ਕਿਤੇ ਫਿਰ ਉਹਦੇ ਨਿੰਦੀ ਕਾਰਨ ਉਹਦੇ ਪੁੱਤ ਦੀ ਮੌਤ ਹੋ ਜਾਣੀ, ਤਾਂ ਉਹਦੀ ਮੌਤ ਦਾ ਕਾਰਨ ਇਹ ਹੈ ਕਿ ਨਿੰਦੀ ਹੱਸ ਕਿਸੇ ਤੀਜੇ ਮਰਦ ਨਾਲ ਗੱਲਾਂ ਕਰ ਰਹੀਆਂ ਨੇ, ਆਪਣਾ ਘਰ ਵਾਲਾ ਪਹਿਲਾਂ ਉਹਦਾ ਗੁਜ਼ਰ ਗਿਆ, ਜਾਂ ਨਿੰਦੀ ਦਾ ਸੁਭਾਅ ਜੇ ਇਸ ਤਰੀਕੇ ਦਾ ਚਿੱਤਰਿਆ, ਤਾਂ ਉਸ ਸੁਭਾਅ ਤੋਂ ਬਾਅਦ ਕਿਵੇਂ ਉਹਦਾ ਪੁੱਤ ਕਹਿੰਦਾ ਹੈ ਕਿ ਭਾਈ ਮੈਂ ਤੇਰੀਆਂ ਪਰਾਂਦੀਆਂ ਨੂੰ ਅੱਗਾਂ ਲਾ ਦੇਣੀਆਂ, ਜਿਹੜਾ ਕਦੇ ਪਰਾਂਦੀਆਂ ਸਾਂਭ ਰਿਹਾ ਹੁੰਦਾ ਹੈ, ਤਾਂ ਉਹ ਫਿਰ ਅੰਦਰੋਂ ਅੰਦਰ ਹੀ ਉਹ ਕਹਿੰਦੀ ਹੈ ਕਿ ਜਿਹੜੇ ਪਰਾਂਦੇ ਮੈਨੂੰ ਤਾਂ ਅਜੇ ਵੀ ਪਰਾਂਦੇ ਉਹ ਦੀਦੇ ਨੇ। ਉਹ ਬੱਚਾ ਡਿਪਰੈਸ਼ਨ 'ਚ, ਡੀਪ ਡਿਪਰੈਸ਼ਨ, ਬਿਮਾਰੀ, ਔਰ ਫਿਰ ਉਹਦੀ ਆਫਟਰ ਆਲ ਉਹਦੀ ਅਪੰਗ ਨਾਰਾਇਣ ਦੇ ਆਪਰੇਸ਼ਨ ਦੌਰਾਨ ਉਹਦੀ ਮੌਤ ਹੋ ਜਾਂਦੀ ਹੈ। ਜਿਹੜੀ ਨਿੰਦੀ ਕਿਤੇ ਝੂਰਦੀ ਹੈ, ਜਿਹਦੇ ਉੱਤੇ ਨਿੰਦੀ ਕਿਤੇ ਆਪਣੇ ਕੀਤੇ ਦੇ ਉੱਤੇ ਜਦੋਂ ਝੂਰਦੀ ਆ, ਜਾਂ ਉਹ ਪੁੱਤ ਦਾ ਹਵਾਲਾ ਦਿੰਦਿਆਂ ਸਰਗੀ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਜਿਹੜੀ ਜਸਟੀਫਿਕੇਸ਼ਨ ਦਿੰਦੀ ਆ, ਤਾਂ ਉਹ ਫਿਰ ਤੁਹਾਨੂੰ ਲੱਗਦਾ ਨਹੀਂ ਯਾਰ, ਇਹ ਔਰਤ ਨੂੰ ਕੋਲੋਂ ਸਿਸਟਮ ਨੇ ਬਹੁਤ ਹੀ ਗੁੱਝੇ ਰੂਪ ਦੇ ਵਿੱਚ ਕਰਵਾਇਆ। ਫਿਰ ਇਹਦੇ ਨਾਲ ਹੀ ਮੈਨੂੰ ਭੂਸ਼ਣ ਧਿਆਨਪੁਰੀ ਹੋਰੀ ਯਾਦ ਆ ਗਿਆ। ਔਰਤ ਨੂੰ ਅੰਡਰਸਟੈਂਡ ਕਰਦੇ ਆ, ਉਹ ਗੱਲ ਕਰਦੇ ਨੇ
ਭੂਸ਼ਣ ਧਿਆਨਪੁਰੀ ਹੋਰਾਂ ਦਾ मैं दसदा तुहानूं वो किन्नी गहरी गल करते हैं। और ये सरगी ਦੀਆਂ कहानियां पढ़न वास्ते सानूं उस गल नूं अपने ध्यान दे विच इत्थे रखना पेगा कि किन्ना गहन अंदर पिया है, जिन्हें सारे कासे दे उत्ते आण के गाल भी दाबा जिहड़ा कल्चरल दाबा जिहनूं मैं कह रहा, उन्हें किस तरीके अपने अनकॉन्शियस दे विच काम करने हुंदे ने ते औरत दे कोलों कतल तक करवा देने हुंदे ने उन्हें, भावें उहदे अपने पुੱਤ दे कतल दीयां गल्लां। हुण साडे कोल बहुत सारा कुछ फोक च आउंदा है कि ये सियारियां हुंदियां ने, राजे भोज दे अड्डियां मारियां, इन्हां ने उहदी सवारी कीती ते होर पता नहीं किहड़ियां-किहड़ियां कथावां पईयां ने साडे कोल मर्द दीयां। तां भूषण ध्यानपुरी लिखदे ने, उन्हां ने नागमणी दे विच इह लिखिआ सीगा, अमृता प्रीतम होरां ने विशेष अंग कढिआ सी देख कबीरा हੱਸਿਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਔਰਤ ਦੇ ਦ੍ਰਿਸ਼ਟੀਕੋਣ ਕਿਹੋ ਜਿਹੇ ਹੁੰਦੇ ਨੇ ਸਾਡੇ। ਉਹ ਸਾਰੇ ਉਹ ਲਿਖਦੇ ਨੇ ਕਿ ਮਰਦ ਦੇ ਭੋਗ ਦੀ ਹਰ ਵਸਤ ਮਾਦਾ, ਕੁੱਲੀ ਗੁੱਲੀ ਜੁੱਲੀ, ਦੌਲਤ ਸ਼ੋਹਰਤ ਇੱਜ਼ਤ ਨੀਂਦ ਭੁੱਖ ਪਿਆਸ, ਸਵਾਰੀ ਤਰੱਕੀ ਨੌਕਰੀ ਅਯਾਸ਼ੀ ਖੇਡ ਦੌੜ ਚਾਲ ਸਮਗਰੀ ਨੀਤੀ ਸਿਆਸਤ ਆਸ਼ਕੀ ਫੁਰਸਤ ਦੀਵਾਨਗੀ ਆਜ਼ਾਦੀ ਖੂਬਸੂਰਤੀ ਖੁਸ਼ਬੂ ਪ੍ਰਾਪਤੀ ਸ਼ਕਤੀ ਭਗਤੀ। ਔਰਤ मर्द की सोच तृप्ति की हर वस्त मादा, कविता कला कौशलता कल्पना धुनी मूर्ति प्रतिभा चेतना भावना प्रवास नफासत चांदनी रोशनी। ते जिहड़े नरबिंब ने वो काम क्रोध लोभ मोह हंकार ज्ञान विज्ञान अभिमान स्वैमान। तुसीं आपे अंदाज़ा ला लो इस साइकोलॉजी दे विचों अपने अपने मरसीए दी बनत जिहड़ी आ वो बनदी आ सरगी दे कहानी संग्रह दी। पूरे कहानी संग्रह दे विचों ये सारा अचेत जिहड़ा है तुहानूं ओह धड़कदा दिखाई दे जाएगा, क्योंकि पहला कई बार ये गल्लां असीं विचारियां नहीं हुंदियां। ते मैं भूषण ध्यानपुरी दे हवाले दे नाल जदों तुसीं इस हवाले दे नाल सरगी दीयां कहानियां पढ़ोगे तां ओह अचेत जिहड़ा है सारे दा सारा तुहाडे सामने खुल के आ जाएगा। सैकंड ਉਹਦੀ होर खूबसूरती की आ कि उस अचेत दियां साडे दर्शन च पईयां, साडी फिलोसफी च पईयां, साडी फोक च पईयां। सरगी दे कोल टूल्स ने, वो गिद्धे दियां बोलियां दे टूल्स वरतदी है, गुरबाणी दे तूकां दे टूल्स वरतदी है, वो मुहावरियां दे टूल्स वरतदी है। वो गजब दे ਉਹਦੇ ਕੋਲ टूल्स ने जुगतां ने अपनी कहानी नूं गुंदण दीयां जुगतां जिहड़ियां ने, अपनी कहानी नूं गहराई बख्शण दीयां जिहड़ियां जुगतां ने, अपने अपने मरसीए दे विच जिहड़ी गल वो करदी आ ना, वो गजब करता कि उन्हें किन्ना डूंगा लै गई किन्ना पिछे लै गई उस सारी साइकोलॉजी नूं। जिहड़ी औरत दी मैं गल करदा कि वो फिर जिहनूं बदकार रन वो कौमियां च करके लिखदी है, हाँ मैनूं वो बदकार रन कहिंदे ने। ਤਾਂ ਉਹਦੀ ਡੂੰਘੀ ਸੋਚ ਦੇਖੋ ਕੀ ਹੈ ਸਰਗੀ ਦੀ ਇਸ ਕਹਾਣੀ ਦੇ ਵਿੱਚ। ਉਹ ਕਹਿੰਦੀ ਮੈਂ ਜੋ ਵੀ ਕੀਤਾ ਆਪਣੇ ਨਾਲ ਕੀਤਾ, ਜੋ ਕੁਝ ਵੀ ਝੱਲਿਆ ਆਪਣੀ ਜਾਨ ਤੇ ਝੱਲਿਆ। ਜੇ ਪੁੱਤ ਮਰਿਆ ਤਾਂ ਮੇਰਾ ਮਰਿਆ, ਲੋਕ ਤਾਂ ਕੁਝ ਨਹੀਂ ਸੀ ਗਿਆ, ਲੋਕਾਂ ਦਾ ਤਾਂ ਕੁਝ ਨਹੀਂ ਸੀ ਗਿਆ, ਪਰ ਫਿਰ ਵੀ ਲੋਕ ਮੇਰੀਆਂ ਗੱਲਾਂ ਕਰਦੇ ਨਹੀਂ ਸੀ ਥੱਕਦੇ। ਉਂਝ ਵੀ ਇਹ ਉਸ ਦੇਸ਼ ਦਾ ਦਸਤੂਰ ਸੀ ਕਿ ਅਗਨੀ ਪ੍ਰੀਖਿਆ ਸਿਰਫ ਔਰਤ ਦੇ ਹਿੱਸੇ ਹੀ ਆਉਂਦੀ ਹੈ। ਹੁਣ सवाल पैदा हो जाता है कि ये अग्नि प्रीखिया चो तो लंघी नहीं, एं तो सीधे ही ठाक मारी है, उसका करैक्टर एडा जीवंत करैक्टर है। फिर वो की कहती है मैं कोई अग्नि प्रीखिया नहीं सी दिती, पर जद मेरे धुर अंदरों कदे कदाई लाहनत जी पैंदी है तो इंज लगदा राम ने सीता दी अग्नि प्रीखिया लैके औरत नूं कई सदियां तक कमज़ोर कर दिता। वो मजाक नाल शमशेर मोही फेसबुक ते लिखदा कहंदा काली दे मुताबिक माई गॉड दिस इज लिटरेचर। आ है सरगी। मैं कोई अग्नि प्रीखिया नहीं सी दिती, पर जद मेरे धुर अंदरों कदे कदाई लाहनत जी पैंदी है तो इंज लगदा राम ने सीता की अग्नि प्रीखिया लैके औरत नूं कई सदियां तक कमज़ोर कर दिता। अपने अपने मरसीए
लिख रही ये दो सशक्त पात्रां पंजाबी कहानी च चिरां तक याद रखने वाली, मेरे जहन च तो बहुत डूंगी लै गई कहानी है सरगी दी ये, और पंजाबी साहित्य दे विच कहानी याद रखी जाएगी। अगली कहानी है एक रॉड कहानी है। बहुत रॉड कहानी काफ़ी प्रसिद्ध हुई लोगों ने, क्योंकि वो ऐसियां घटनावां सी जिन्हां नाल निरभया कांड सी, उस तो पहलां वो बच्चे आनंद परिवार का कांड सी, बच्ची नाल उन्हां दे नौकर वालों जो भी सी उहदी मौत, दोनों की बच्ची दी ते नौकर दी हत्या कर दी गई सी। और निरभया जिवें उहदे अंगां च रॉड पा के वो सारे का सारा असीं सारा वो सीन हंडाया होया, पिंडियां ते हंडाया होया आ। ਧੀਆਂ वालियां ने तो पक्का ज़्यादा हंडाया होना। और सरगी जिस मानसिकता दी दा बयान करदी है रॉड कहानी दे विच, सच्चियों ही बहुत सारिया मावां सन की बीमार, इन्नियां ही बीमार हो गई सी, जिन्होंने अपने नौकरां ते छक, अपने बच्चियां दा डर, वो किवें कड़ावे भरदियां ने, किवें उहनूं साਂਭ साਂਭ के रखदियां ने, किवें उहनूं अपना लुको लेना चाहुंदियां ने, वो बाहरों किवें उहनूं सारियां अखां रॉड बन गई नज़र आउंदियां ने, किवें वो एंड दे उत्ते इस कहानी दे विच भी अपनी लाजवंती दे बूटे ते रॉड डिगी हुई है तो उहनूं चकदी है। हालांकि कहानी उन्हें पॉजिटिव हवाले दे नाल ही खत्म की, उहदी बहुती नैगेटिविटी नहीं, बट उहदियां मानसिक गंढां दी गल जरूर की, जिहड़ियां मावां ते प्योआं दे मनां दे विच भी उहो जिहा माहौल देख के, उहो जिहियां घटनावां देख के, उहो जिहे टीवी चैनलां ते हुंदियां गल्लां देख के वो आ जांदी है। हुण दो गल्लां हुंदियां, इहो जी कहानी दे विच रिस्क बड़ा है। सरगी कोल रिस्क लै लैंदी है, सरगी बोल्ड है, सरगी रिस्क लै लैंदी है, उहनूं नहीं कोई चिंता। रिस्क ये है कि भाई बाहरी घटनावां ने, लोगों ने सुन वेख लईआं ने, खबरां दे विच भी, खबरां तो बाहर दीआं स्टोरियां भी देख लईआं, उन्हां नाल जुड़ियां होईआं साइड स्टोरीज भी देख लईआं, उन्हां ते कमेंट भी देख लै, समाज ते प्रभाव भी देख लै। सो बाहरी कहानियां, कहानी किवें बननी है वो जिहड़ा है वो रिस्की हो जाता। इस कहानी का पहला भाग, पहली खबर, खबर कहानी नहीं है। जे खबर कहानी बनाउंदी सरगी तो हो सकता वो बहुत माड़ी कहानी लिखदी। सरगी खबर दे बहाने नाल कहानी करदी। बाहरी खबर कतल है, पर जिहड़ी कहानी है वो कतल नहीं है, वो पल पल ते कतल है। वो धी दा जां नौकर दा बिंब नहीं है, वो पूरे समाज दी इन्नी तलख तस्वीर है, इन्नी सेक मारू तस्वीर है, इन्नी रत रंगी तस्वीर है, इन्नी लहू दे रंग दी तस्वीर है कि तुहाडे रोंगटे खड़े हो जाते हैं। जिहड़ा फिर नहीं दिखदा वो फिर सिर्फ सरगी नूं दिखदा है। और तुहानू सोसाइटी नेम उपर भी क्या कि मरसीए दे विच पुੱਤ दा कतल आप कर दिंदी है, पर उन्हें जदों कहती है ना सीता राम ने अग्नि प्रीख्या लैके औरत नूं किन्ने सदियां पिछे पाता, तो उहदे पिछे जिहड़ी साइकोलॉजी मैं भूषण ध्यानपुरी दे हवाले दे नाल गल कीती है कि ये कौन है जिहड़ा करवा रहा उहदे कोलों। ये उही सोच है ना कि अपने नौकर दे उत्ते शक करदे कर, मतलब वो सारियां घटनावां तां हो गईयां ने, वो तुहाडे अंदर ऐसी बीमारी बनी है, ऐसी बीमारी सोसाइटी के प्रति तुहाडे अंदर रजदी तुसीं अपने चिरां दे रखे हुए नौकर नूं बाहर कर दिंदे, जिहड़ा मजबूर हुंदा, बीमार हुंदा, लाचार हुंदा, उहदी मौत हो जाती है। संवेदना मारी है जिहड़ी
ਉਹ ਕਹਿੰਨੇ ਮਾਰੀ ਹੈ। ਜੇ ਸੰਵੇਦਨਾ ਨਾ ਮਰੀ ਹੁੰਦੀ ਉਹਦੇ ਅੰਦਰ ਤਾਂ ਕਿਤੇ ਨਾ ਕਿਤੇ ਭੁੱਬ ਬਣਦੀ ਹੈ, ਉਹ ਤਾਂ ਰੋਂਦੀ ਹੈ ਕਿਤੇ ਨਾ ਕਿਤੇ। ਉਹਦੇ ਕੋ ਪ੍ਰੇਤ ਤਾਂ ਆਪਣੇ ਨੌਕਰ ਦਾ ਹੀ ਫਿਰਦਾ ਹੈ, ਉਹ ਤਾਂ ਜਾਂਦਾ ਹੀ ਨਹੀਂ ਹੈ ਕਿਤੇ ਉਹਦੇ ਅੰਦਰੋਂ, ਉਹ ਤਾਂ ਬਿਲਕੁਲ ਨਹੀਂ ਜਾਂਦਾ ਹੈ ਉਹਦੇ ਅੰਦਰੋਂ। ਉਹ ਤਾਂ ਉਹਦੇ ਸਿਰ ਤੇ ਹੱਥ ਰੱਖਣ ਵਾਲਾ ਸੀਗਾ, ਜਿਹਨੂੰ ਤੋਰਨ ਵੇਲੇ ਉਹਨੇ ਉਹਦੀ ਅੱਖ 'ਚ ਅੱਖ ਪਾ ਕੇ ਵੀ ਨਹੀਂ ਸੀ ਦੇਖ ਸਕਦੀ, ਪਰ ਸੁਸਾਇਟੀ ਨੇ ਉਹਨੂੰ ਇਸ ਲਈ ਮਜਬੂਰ ਕਰ ਦਿੱਤਾ ਕਿ ਉਹ ਕਾਰਨ ਬਣ ਗਈ, ਉਹਦੀ ਮੌਤ ਦਾ ਕਾਰਨ ਬਣ ਗਈ। ਪਰ ਸਰਗੀ ਇੱਥੇ ਹੀ ਕਹਾਣੀ ਨੂੰ ਖੜਿਆਂ ਕਰਦੀ ਹੈ ਔਰ ਬਹੁਤ ਸਾਰੇ ਸਵਾਲ ਪੈਦਾ ਕਰਦੀ ਹੈ ਕਿ ਭਾਈ ਇਹ ਔਰਤ ਨਹੀਂ ਆ, ਇਹ ਸੁਸਾਇਟੀ ਦੇ ਕਲਚਰਲ ਦਾਬੇ ਦੀ ਰਿਫਲੈਕਸ਼ਨ ਆ। ਚਿੱਟਾ ਸੱਚ ਹੈ ਜਿਹੜਾ ਮੈਂ ਤੁਹਾਨੂੰ ਖੜ ਕੇ ਕਬੀਰ ਖੜਾ ਬਾਜ਼ਾਰ में ਵਾਂਗ ਖੜ ਕੇ ਦਿਖਾ ਰਹੀ ਹਾਂ ਕਿ ਇਹ ਆ ਐਂ ਘਰ ਫੂਕਣਾ ਪਏਗਾ ਤਾਂ ਮੇਰੇ ਨਾਲ ਤੁਸੀਂ ਆਓਗੇ। ਦੂਜਾ ਭਾਗ ਇਸੇ ਕਹਾਣੀ ਦਾ ਜਿਹੜਾ ਹੈ ਉਹ ਹੈ ਕਿ ਉਹ ਵੀ ਰੇਪ ਦਾ ਮੈਟਾਫਰ ਹੈ, ਰੌਡ ਵਾਲਾ। ਨਿਰਭਇਆ ਕਾਂਡ ਹੀ ਦੇ ਹਵਾਲੇ ਦੇ ਨਾਲ ਉਹ ਗੱਲ ਕਰਦੀ ਹੈ, ਨਿਰਭਇਆ ਕਾਂਡ ਦੇ ਹਵਾਲੇ ਦੇ ਨਾਲ ਰੇਪ। ਮੈਂ ਸੁਖਜੀਤ ਦੀ ਕਹਾਣੀ ਸੀ, ਮੈਂ ਰੇਪ ਨੂੰ ਇੰਜੋਏ ਕਰਦੀ ਹਾਂ, ਉਹਨਾਂ ਦੀ ਕਿਤਾਬ ਦਾ ਨਾਮ ਵੀ ਸੀ। ਉਹਦੇ ਤੇ ਗੱਲ ਕਰਦਿਆਂ ਮੈਂ ਕਈ ਵਾਰ ਕਿਹਾ ਕਿ ਅੱਜ ਦੇ ਸਮੇਂ ਨੂੰ ਚਿਤਰਿਤ ਕਰਨ ਵਾਸਤੇ ਜੇ ਸਭ ਤੋਂ ਸਸ਼ਕਤ ਮੈਟਾਫਰ ਹੈ ਤਾਂ ਉਹ ਰੇਪ ਹੈ। ਔਰਤ ਨਾਲ ਰੇਪ, ਮਜ਼ਦੂਰ ਨਾਲ ਰੇਪ, ਵਾਤਾਵਰਨ ਨਾਲ ਰੇਪ, ਜੰਗਲਾਂ ਨਾਲ ਰੇਪ, ਨਦੀਆਂ ਨਾਲ ਰੇਪ, ਗਲੇਸ਼ੀਅਰਾਂ ਨਾਲ ਰੇਪ, ਹਵਾ ਨਾਲ ਰੇਪ, ਪਾਣੀ ਨਾਲ ਰੇਪ, ਬੱਚਿਆਂ ਨਾਲ, ਸਿੱਖਿਆਰਥੀਆਂ ਦੇ ਨਾਲ, ਨੌਜਵਾਨਾਂ ਦੇ ਨਾਲ, ਐਵਰੀਵੇਅਰ ਕਿਤੇ ਦੇਖ ਤੁਹਾਨੂੰ ਰੇਪ ਦਾ ਮੈਟਾਫਰ ਇੰਨਾ ਸਸ਼ਕਤ ਹੈ। ਔਰ ਨਿਰਭਇਆ ਕਾਂਡ ਦੇ ਹਵਾਲੇ ਦੇ ਨਾਲ ਆਪਣੀਆਂ ਪਾਤਰ ਦੀਆਂ ਗੱਲਾਂ ਕਰਦੀ ਸਰਗੀ ਪੂਰੇ ਦਾਰਸ਼ਨਿਕ ਅੰਦਾਜ਼ ਦੇ ਵਿੱਚ ਫਿਰ ਕਹਿੰਦੀ ਆ ਵੀ ਜਦ ਬੰਦੇ ਦੇ ਅੰਦਰੋਂ ਪ੍ਰੇਮ ਮਨਫੀ ਹੁੰਦਾ ਫਿਰ ਰੇਪ ਆਉਂਦਾ। ਜਦੋਂ ਬੰਦੇ ਦੇ ਅੰਦਰੋਂ ਪ੍ਰੇਮ ਮਨਫੀ ਹੁੰਦਾ ਫਿਰ ਰੇਪ ਹੈ। ਔਰ ਫਿਰ ਉਹ ਹੌਲੀ ਹੌਲੀ ਪੋਜ਼ਿਟਿਵਿਟੀ ਉਹਦੀ ਏ, ਸਕਾਰਾਤਮਕਤਾ ਉਹਦੀ ਏ, ਸੰਘਣੀ ਬੁਣਤੀ ਹੈ ਸਰਗੀ ਦੇ ਕੋਲ। ਉਹਦੀ ਇੱਕ ਆਪਣੀ ਭਾਸ਼ਾ ਸ਼ੈਲੀ ਹੈ, ਉਹਦਾ ਇੱਕ ਲਿਖਣ ਦਾ ਅੰਦਾਜ਼ ਹੈ, ਬਹੁਤਾ ਖਲਾਰਾ ਕਿਤੇ ਨਹੀਂ ਪਾਉਂਦੀ। ਆਪਣੇ ਕੇਂਦਰ ਦੇ ਦੁਆਲੇ ਉਹ ਸ਼ਬਦਾਂ ਦੇ ਨਾਲ ਬੁਣਦੀ ਕਿਸੇ ਕਿਸਮ ਦਾ ਕੋਈ ਝੋਲਾ ਨਹੀਂ ਹੈ, ਕੋਈ ਝੋਲਾ ਨਹੀਂ ਹੈ, ਕੋਈ ਝੋਰਾ ਨਹੀਂ ਹੈ। ਸਹਿਜ ਪ੍ਰਵਿਰਤੀ ਦੇ ਨਾਲ ਪਾਤਰ ਆਉਂਦੇ ਜਾਂਦੇ ਨੇ, ਜਿਹੋ ਜਿਹੇ ਪਾਤਰ ਨੇ ਉਹੋ ਜਿਹੀ ਆਉਂਦੇ ਨੇ। ਕੋਈ ਰਲੇਵਾਂ ਮਲੇਵਾਂ ਮੈਨੂੰ ਨਹੀਂ ਲੱਗਾ ਕਿ ਉਹਦੇ ਪਾਤਰਾਂ ਦੇ ਵਿੱਚ ਕਿਤੇ ਆਇਆ ਹੋਵੇ। ਉਹ ਫਿਰ ਉਹਨੂੰ ਉਹ ਸਾਰੇ ਕਾਸੇ ਨੂੰ ਫਿਰ ਸਹਿਜਤਾ 'ਚ ਲਿਆਉਂਦੀ ਉਹ ਜਿਸ ਵੇਲੇ ਉਹ ਪੋਜ਼ੀਟਿਵ ਜਿਹੜਾ ਮੈਂ ਦੱਸਿਆ ਉਹ ਛੂਈ ਮੂਈ ਦੇ ਉਹਦੇ ਤੋਂ ਰੋਡ ਭਰੇ ਵਗਾ ਕੇ ਮਾਰਦੀ ਆ। ਹੁਣ ਉਹਨੂੰ ਰੋਡ ਨਹੀਂ ਦਿੰਦੀ, ਹੁਣ ਉਹ ਪੋਜ਼ੀਟਿਵ ਹੈ, ਬੱਚੀ ਖੁਸ਼ ਦੀਦੀ ਹੈ। ਤਾਂ ਉਹਦੇ ਘਰ ਦੇ ਵਿੱਚ ਫਿਰ ਉਹ ਗੀਤ ਵੱਜ ਰਿਹਾ ਹੈ, ਪਿਆਰ ਹੀ ਪਿਆਰ ਹੈ, ਹਮ ਪੇ ਭਰੋਸਾ ਕੀਜੇ। ਇਹ ਵੀ ਸਰਗੀ ਦੀ ਸ਼ਕਤੀ ਹੈ, ਇਹ ਵੀ ਸਰਗੀ ਦੀ ਸ਼ੈਲੀ ਦਾ ਇੱਕ ਅੰਦਾਜ਼ ਹੈ, ਇਹ ਵੀ ਉਹਦੀ ਇੱਕ ਜੁਗਤ ਹੈ। ਮੈਂ ਕਿਹਾ ਸੀ ਕਿਵੇਂ ਗੀਤਾਂ ਦੇ ਬੋਲਾਂ ਨਾਲ, ਕਿਵੇਂ ਗੁਰਬਾਣੀ ਦੇ ਨਾਲ ਉਹ ਆਪਣੀ ਗੱਲ ਸਾਡੇ ਕੋਲ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਕਹਿ ਜਾਂਦੀ ਆ। ਸੋ ਰੌਡ ਕਹਾਣੀ ਦੇ ਵਿੱਚ ਇਸ ਤਰੀਕੇ ਉਹਨੇ ਗੱਲਾਂ ਕੀਤੀਆਂ ਸੀ। ਉਹਦੀ ਹੋਰ ਪ੍ਰਤੀਨਿਧ ਕਹਾਣੀ ਹੈ ਹੌਲੀਡੇ ਵਾਈਫ। ਹੌਲੀਡੇ ਵਾਈਫ ਵੀ ਉਹ ਬੜੀਆਂ ਉਹਦੇ ਵਿੱਚ ਉਹਨੇ ਨਾ ਖੁੱਲ੍ਹੀਆਂ ਗੱਲਾਂ ਕੀਤੀਆਂ ਨੇ। ਤੇ ਜੇ ਗੱਲਾਂ ਕਰਦੀ ਹੈ ਇਸ਼ਾਰਿਆਂ ਦੇ ਨਾਲ ਗੱਲਾਂ ਕਰਦੀ ਹੈ, ਉਹ ਵੀ ਔਰਤ ਦੇ ਦੁੱਖ ਦੀ ਕਹਾਣੀ ਹੈ। ਜਿਵੇਂ ਔਰ ਇਟਸ ਅ ਫੈਨੋਮੀਨਾ ਹੈ ਨਾ, ਇਹ ਸਾਡੇ ਪੰਜਾਬ ਤੇ ਪ੍ਰਵਾਸ ਦੇ ਨਾਲ ਜੁੜੇ ਹੋਏ ਦੁੱਖਾਂ ਦੀਆਂ ਬਹੁਤ ਕਹਾਣੀਆਂ ਹਨ। ਸੂਰਜ ਦੀ ਪੈਠਣੀ ਹੁੰਦੀ, ਬਲਵਿੰਦਰ ਗਰੇਵਾਲ ਹੋਰਾਂ ਦੀ ਕਹਾਣੀ ਹੈ। ਲੋਕਾਂ ਨੇ ਵਾਹ ਸਲਾਈ
ਪਰ ਮੈਂ ਦੇਖਦਾ ਕਿ ਹੌਲੀਡੇ ਵਾਈਫ ਦੇ ਵਿੱਚ ਜੇ ਇਸ ਸਬਜੈਕਟ ਨੂੰ ਹੱਥ ਪਾਉਂਦੀ ਆ ਨਾ ਸਰਗੀ, ਔਰ ਉਹ ਕਹਾਣੀ ਦਾ ਪਹੁੰਚਾ ਇੰਨਾ ਖੁੱਲ੍ਹਾ ਹੈ, ਉਹਦਾ ਘੇਰਾ ਇੰਨਾ ਵਿਸ਼ਾਲ ਹੈ, ਉਸ ਪਾਤਰ ਦੇ ਮਨ ਦੇ ਵਲਵਲੇ ਨੇ, ਉਹਦੇ ਘਰ ਵਾਲੇ ਦਾ ਬਿਹੇਵੀਅਰ, ਸੈਕਸ਼ੂਅਲ ਬਿਹੇਵੀਅਰ ਹੈ ਜਿਹੜਾ ਉਹ ਬੜਾ ਘਟੀਆ ਕਿਸਮ ਦਾ ਉਹਨੂੰ ਲੱਗਦਾ ਆ, ਉਹਦੇ ਹਾਣ ਦਾ ਨਹੀਂ ਹੋ ਪਾਉਂਦਾ, ਜਾਂ ਉਹ ਉਹਦੇ ਹਾਣ ਦੀ ਇਸ ਕਰਕੇ ਨਹੀਂ ਹੋ ਪਾਉਂਦੀ ਕਿ ਉਹ ਵਲਗਰ ਹੈ, ਇਹਦੀਆਂ ਭਾਵਨਾਵਾਂ ਨੂੰ, ਇਹਦੀਆਂ ਫੀਲਿੰਗਸ ਨੂੰ, ਔਰਤ ਦੀਆਂ ਫੀਲਿੰਗਸ ਨੂੰ ਨਹੀਂ ਸਮਝ ਪਾ ਰਿਹਾ। ਮੈਂ ਪਰ ਦੇਖਦਾ, ਮੈਂ ਕਿਹਾ ਔਰਤ ਮਨ ਦੀਆਂ ਗੱਲਾਂ ਨੇ, ਉਹ ਔਰਤ ਕਿਵੇਂ ਭਾਵਕ ਹੁੰਦੀ ਹੈ, ਕਰੂਅਲ ਹੁੰਦੀ ਹੈ, ਲੜਦੀ ਹੈ, ਡਟਦੀ ਹੈ, ਸੰਘਰਸ਼ ਕਰਦੀ, ਸਮਝੌਤੇ ਕਰਦੀ ਹੈ, ਅਤੇ ਵਿੱਚ ਨਾ ਕਈ ਕਹਾਣੀਆਂ ਦੇ ਵਿੱਚ ਉਹ ਬਾਰ-ਬਾਰ ਆ ਜਾਂਦਾ ਵੀ ਉਹ ਆਪਣੇ ਬੱਚੇ ਨੂੰ ਗਲ ਨਾਲ ਲਾਉਂਦੀ ਹੈ, ਜਾਂ ਬੱਚੇ ਦੀਆਂ ਬਾਹਾਂ ਆਪਣੇ ਗਲ ਦੁਆਲੇ ਜਿਹੜੀਆਂ ਕਿ ਉਹ ਆ ਨਹੀਂ ਰਹੀਆਂ ਪੂਰੀਆਂ, ਪਰ ਉਹ ਬੱਚੇ ਦੇ ਵਿੱਚ ਦੀ ਕਿਵੇਂ ਔਰਤ ਦਿਖਦੀ ਹੈ, ਉਹ ਬੜਾ ਬਰੀਕ ਨੁਕਤਾ ਹੈ ਕਿ ਆਪਣੇ ਬੱਚੇ ਦੇ ਵਿੱਚ ਦੀ ਆਪਣੇ ਦੁੱਖਾਂ ਨੂੰ ਘੱਟ ਕਰਨਾ, ਜਾਂ ਉਹਦੇ ਤੋਂ ਸਹਾਰਾ ਭਾਲਣਾ ਜਾਂ ਆਸਰਾ ਭਾਲਣਾ। ਤਾਂ ਹੌਲੀਡੇ ਵਾਈਫ ਦੀ ਕਰੈਕਟਰ ਦੀਆਂ ਇਸ਼ਾਰੇ ਜਿਵੇਂ ਨੇ, ਮੈਂ ਤੁਹਾਨੂੰ ਉਹਦੀ ਇੱਕ ਲਾਈਨ ਦੇ ਵਿੱਚ ਉਹਨੇ ਦੇਖੋ ਕਿੱਦਾਂ ਇਸ਼ਾਰੇ ਕੀਤੇ ਨੇ। ਉਹ ਕਹਿੰਦੀ, ਲਾਵਾਂ ਫੇਰਿਆਂ ਤੋਂ ਪਹਿਲਾਂ ਮਾਂ ਨੇ ਕਿਹਾ ਸੀ ਪੱਲਾ ਘੁੱਟ ਕੇ ਫੜੀ, ਕਿਤੇ ਕੋਈ ਬਦਸ਼ਗਨੀ ਨਾ ਹੋ ਜਾਵੇ। ਡਰਦੀ ਮਾਰੀ ਨੇ ਪੱਲੇ ਨੂੰ ਹੱਥ ਦੁਆਲੇ ਲਪੇਟ ਘੁੱਟ ਕੇ ਫੜ ਲਿਆ ਸੀ। ਪੱਲਾ ਤਾਂ ਬੜੀ ਘੁੱਟ ਕੇ ਫੜਿਆ ਸੀ, ਫਿਰ ਵੀ ਛੁੱਟ ਗਿਆ। ਮੇਰੀ ਚੀਖ ਨਿਕਲੀ, ਮੈਂ ਅੱਬੜ ਵਾਹੇ ਉੱਠੀ। ਅੱਖ ਖੁੱਲੀ ਤਾਂ ਪਤਾ ਲੱਗਿਆ ਇਹ ਤਾਂ ਸੁਪਨਾ ਸੀ। ਪਹਿਲੀ ਵਾਰ ਜਦ ਇੰਝ ਦਾ ਸੁਪਨਾ ਆਇਆ ਤਾਂ ਮੈਂ ਬਹੁਤ ਡਰ ਗਈ ਸੀ। ਜਾਂ ਉਹ ਫਿਰ ਕਿਤੇ ਆਪਣੀ ਜੜਾਓ, ਉਹਦਾ ਕਿਤੇ ਅੰਤਰੀਬ ਜੜਾਓ ਉਹ ਉਸ ਜੇਠ ਵੱਲ ਨੂੰ ਹੋ ਜਾਂਦਾ, ਜਿਹੜਾ ਉਹਨਾਂ ਦੀਆਂ ਪੈਲੀਆਂ ਦੀ ਉਹ ਵਾਹੁੰਦਾ ਹੈ ਅਤੇ ਉਹਨਾਂ ਨੂੰ ਪੈਸੇ ਦਿੰਦਾ, ਜਾਂ ਉਹਦੇ ਸਾਰੇ ਦਾ ਸਾਰਾ ਬੜੇ ਬਰੀਕ ਤਰੀਕੇ ਦੇ ਨਾਲ, ਬੜੇ ਸਹਿਜ ਤਰੀਕੇ ਦੇ ਨਾਲ ਉਹਨੇ ਉਹਦਾ ਆਪਾ, ਔਰਤ ਦਾ ਕਿਵੇਂ ਆਪਾ ਵਾਰਦੀ ਹੈ, ਕਿਵੇਂ ਉਹ ਜੀਂਦੀ ਹੈ ਓਹਲਿਆਂ ਦੇ ਵਿੱਚ। ਉਹ ਓਹਲਿਆਂ ਦੀ ਗੱਲ ਕਰਦੀ ਹੈ, ਅਤੇ ਉਹ ਇਸ਼ਾਰਾ ਦੇਖੋ ਕੀ ਹੈ ਕਿ ਹੋਰ ਪੁੱਤ ਫਸਲਵਾਰੀ ਬਾਹਰ ਠੀਕ ਹੈ, ਚਾਚੀ ਸਭ ਠੀਕ ਆ, ਗੇੜਾ ਮਾਰਦੇ ਹੀ ਰਹੀਦਾ। ਅਤੇ ਉਹ ਔਰਤ ਕਹਿ ਰਹੀ ਹੈ, ਬਜ਼ੁਰਗ, ਆਹੋ ਪੁੱਤ, ਘਰ ਵਸਦਿਆਂ ਦੇ ਅਤੇ ਪੈਲੀਆਂ ਵਾਹੁੰਦਿਆਂ ਦੀ। ਉਹ ਕਹਿੰਦੇ ਇਹ ਤਾਂ ਹੈ ਚਾਚੀ, ਪੈਲੀ ਬੰਨਾ ਸੁਣਨਾ ਨਹੀਂ ਛੱਡਣਾ ਚਾਹੀਦਾ। ਆਹ ਜਿਹੜੇ ਨਿੱਕੇ ਨਿੱਕੇ ਇਸ਼ਾਰੇ ਕਰਦੇ ਆ, ਉਹ ਤੁਹਾਡੇ ਜੀਵਨ ਸਾਹਮਣੇ ਲਿਆਉਂਦੀ ਹੈ। ਉਹ ਪੇਂਡੂ ਜੀਵਨ ਕੀ ਹੈ, ਸ਼ਹਿਰੀ ਜੀਵਨ ਵੀ ਕੀ ਹੈ, ਔਰਤ ਦਾ ਜੀਵਨ ਕੀ ਹੈ, ਔਰ ਕਿੰਨੇ ਗੱਲਾਂ ਕਰਦੀ ਉਹਦੇ ਵਿੱਚ। ਉਹ ਵਿਆਹ ਦੀਆਂ ਟੱਪਿਆਂ ਦੇ ਹਵਾਲਿਆਂ ਦੇ ਨਾਲ, ਕਦੇ ਨਾ ਖਾਧੇ ਤੇਰੇ ਮਿੱਠੇ ਕਿੱਠੇ ਜਾਮਣੂ, ਕਦੇ ਨਾ ਖਾਧਾ ਵੇ ਕੜਾਹ ਕਰਕੇ, ਛੱਡ ਗਿਓ ਵੈਰੀਆ ਵੇ ਵਿਆਹ ਕਰਕੇ, ਹੈ ਨਾ। ਉਹ ਸਾਰੇ ਦੁੱਖ ਦਰਿਦਰ, ਅਤੇ ਫਿਰ ਉਹ ਵਲਗਰ ਕਿਸਮ ਦਾ ਵਿਅਕਤੀ ਜਿਹਨੂੰ ਜਿਹੜਾ ਆਪਣੀ ਵਾਈਫ ਨੂੰ ਹੌਲੀਡੇ ਵਾਈਫ ਕਹਿੰਦਾ, ਅਤੇ ਜਿਹੜਾ ਉਹਨੂੰ ਨੀਲੀਆਂ ਫਿਲਮਾਂ ਵਾਂਗ ਇਸਤੇਮਾਲ ਕਰਨਾ ਚਾਹੁੰਦਾ ਆ, ਬੜੇ ਇਸ਼ਾਰਿਆਂ ਦੇ ਨਾਲ, ਬੜੇ ਓਹਲਿਆਂ ਦੇ ਨਾਲ। ਸਰਗੀ ਉਹਦੇ ਸਾਰੇ ਉਹ ਸੈਕਸੁਅਲ ਹਰਾਸਮੈਂਟ ਦੀ, ਔਰਤ ਦੇ ਮਨ ਦੇ ਬਰੋਬਰ ਦਾ ਮਰਦ ਨਾ ਹੋਣ ਦੀ ਜਿਹੜੀ ਨਿਸ਼ਾਨਦੇਹੀ ਉਹਦੀ ਕਰਦੀ ਹੈ, ਉਹਦੀ ਕਰੂਐਲਿਟੀ ਦੀ ਗੱਲ ਕਰਦੀ ਹੈ। ਪਰ ਜਿਸ ਵੇਲੇ ਫਿਰ ਉਹ ਆਪ ਆਪਣੇ ਮਨ ਦੇ ਹਾਣ ਦੇ ਵਾਰ ਨੂੰ ਧਿਆਉਂਦੀ ਹੈ, ਅਤੇ ਫਿਰ ਜਿਵੇਂ ਉਹ ਪਹਿਲਾਂ ਜਦੋਂ ਉਹ ਕਹਿੰਦੀ ਆ ਸੀਗਾ ਕਿ ਤੂੰ ਹੌਲੀਡੇ ਵਾਈਫ ਹਾਂ, ਅਤੇ ਉਹ ਗੂਗਲ 'ਤੇ ਸਰਚ ਕਰਦੀ ਹੈ ਅਤੇ ਉਹ ਲੱਭ ਲੈਂਦੀ ਹੌਲੀਡੇ ਵਾਈਫ ਦਾ ਮਤਲਬ ਕੀ ਹੁੰਦਾ। ਉਹ ਫਿਰ ਉਸ ਵੇਲੇ ਕਹਿੰਦੀ ਆ ਵੀ ਤੂੰ ਵੀ ਹੌਲੀਡੇ ਹਸਬੈਂਡ ਹੀ ਆ। ਉਹ ਸਰਗੀ ਦੀ ਖੂਬਸੂਰਤੀ ਹੈ ਕਿ ਕਹਾਣੀ ਨੂੰ ਮਰੋੜੀ ਗੰਢ ਮਾਰੀ ਦੀ ਨਾ, ਘੁਮਾ ਕੇ ਗੰਢ ਮਾਰਦੀ ਹੈ ਕਿ ਤੂੰ ਹੌਲੀਡੇ ਹਸਬੈਂਡ ਹੀ ਆ। ਉਸ ਗੂਗਲ 'ਤੇ ਸਰਚ ਮਾਰਦਾ, ਗੂਗਲ 'ਤੇ ਆਉਂਦਾ ਨਹੀਂ ਹੌਲੀਡੇ ਹਸਬੈਂਡ ਦਾ ਤਾਂ ਕਨਸੈਪਟ ਹੀ ਨਹੀਂ ਹੈ। ਅਤੇ ਉਹ ਫਿਰ ਕਹਿੰਦੀ ਆ ਵੀ ਮਨ ਦੀਆਂ ਮਰੋੜੀਆਂ ਦੇ ਕਨਸੈਪਟ ਜਿਹੜੇ ਆ ਨਾ, ਉਹ ਗੂਗਲ 'ਤੇ ਨਹੀਂ ਮਿਲਦੇ। ਇਹ ਸਰਗੀ ਦੀ ਖੂਬਸੂਰਤੀ ਹੈ, ਬੜੀ ਵਿਅੰਗਮਈ ਤਰੀਕੇ ਦੇ ਨਾਲ ਸਰਗੀ ਨੇ ਇਹ ਕਹਾਣੀ ਲਿਖੀ ਹੈ। ਬਹੁਤ ਗੱਲਾਂ ਨੇ, ਨਿੱਕੇ ਨਿੱਕੇ ਫਿਕਰੇ ਨੇ, ਐਸੇ ਫਿਕਰੇ ਤਿੱਖੇ ਲਿਖਦੀ ਸਰਗੀ, ਜਿਹਦੇ ਵਿੱਚ ਸਾਡੀਆਂ ਸੱਭਿਆਚਾਰਕ ਰਹਿਤਲਾਂ ਜਿਹੜੀਆਂ ਨੇ ਉਹ ਬੋਲਦੀਆਂ ਨੇ, ਅਤੇ ਉਹ ਫਿਕਰੇ ਫਿਰ ਕਹਾਣੀ ਨੂੰ ਖੜਿਆਂ ਕਰਨ ਦੇ ਵਿੱਚ ਕਿਵੇਂ, ਜਾਂ ਫਿਰ ਜੇ ਰਬਾਬੀ ਕਹਾਣੀ ਮੈਂ ਦੇਖ ਰਿਹਾ ਸੀਗਾ ਉਹਦੀ, ਤਾਂ ਕਿਸ ਤਰੀਕਿਆਂ ਦੀ ਡੇਰਿਆਂ ਦੀ ਬਾਰੀਕੀ
ਤੇ ਡੇਰਿਆਂ ਦੀ ਬਾਰੀਕੀ ਦੇ ਨਾਲ ਹੀ ਸਾਡੀ ਇੰਟੈਲੈਕਟ ਦੀ ਬੇਅਦਬੀ, ਬੇਕਦਰੀ, ਇੰਟੈਲੈਕਟ ਦਾ ਬ੍ਰੇਨ ਡਰੇਨ, ਔਰ ਉਹ ਇੰਨੇ ਵਿਸ਼ਾਲ ਹਿਰਦੇ ਦੇ ਨਾਲ ਲਿਖਦੀ ਤੁਰੀ ਜਾਂਦੀ, ਨਿਡਰ ਹੋ ਕੇ ਲਿਖਦੀ ਤੁਰੀ ਜਾਂਦੀ ਆ। ਮੈਨੂੰ ਪਤਾ ਇਸ ਕਹਾਣੀ ਦੇ ਵਿੱਚ ਤਾਂ ਉਹਨੇ ਕਈ ਸੰਸਥਾਵਾਂ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ, ਕਈ ਵਿਅਕਤੀਤਵਾਂ ਦੀ ਨਿਸ਼ਾਨਦੇਹੀ ਵੀ ਕਰ ਦਿੱਤੀ, ਜਿਹੜੇ ਗਾਹੇ ਬਗਾਹੇ ਅਸੀਂ, ਕਿਉਂਕਿ ਇਸ ਫੀਲਡ ਦੇ ਬੰਦੇ ਆ, ਤਾਂ ਗਾਹੇ ਬਗਾਹੇ ਅਸੀਂ ਉਹਨੂੰ ਮਿਲਦੇ ਕੱਤਰਦੇ ਵੀ ਰਹਿੰਦੇ ਆ। ਉਹ ਲੋਕ ਸਾਡੇ ਵਿੱਚ ਵਿਚਰਦੇ ਵੀ ਨੇ, ਔਰ ਬਿਨਾਂ ਨਿਝੱਕ ਨਿਡਰ ਹੋ ਕੇ ਸਰਗੀ ਨੇ ਇਹ ਕਹਾਣੀਆਂ ਔਰਤ ਮਨ ਤੇ ਮਰਦਾਵੀ ਸੈਕਸੁਅਲ ਹਰਾਸ ਦੀਆਂ ਕਹਾਣੀਆਂ, ਸੱਭਿਆਚਾਰਕ ਦਾਬੇ 'ਚ ਪਿਸ ਰਹੀ, ਆਪਣੀ ਹੋਂਦ ਗਵਾ ਚੁੱਕੀ, ਸਦੀਆਂ ਤੋਂ ਡੇਗ ਦਿੱਤੀ ਗਈ, ਜਿਹਨੂੰ ਉਹ ਕਹਿੰਦੀ ਨੇ ਕਿ ਔਰਤ ਅਗਨੀ ਪ੍ਰੀਖਿਆ 'ਚੋਂ ਲੰਘਾ ਕੇ, ਰਾਮ ਨੇ ਸੀਤਾ ਨੂੰ ਅਗਨੀ ਪ੍ਰੀਖਿਆ 'ਚੋਂ ਲੰਘਾ ਕੇ ਔਰਤ ਨੂੰ ਕਈ ਸਦੀਆਂ ਪਿੱਛੇ ਪਾ ਦਿੱਤਾ। ਉਹਦੀਆਂ ਕਹਾਣੀਆਂ, ਉਹਦੀ ਕੁੜੀਆਂ ਕਹਾਣੀਆਂ, ਬਰਸੇ ਮੇਘਾ ਸਭ ਦੇਸ਼ ਪਰਾਇਆ ਹੈ, ਜਿਸ ਦਿਹਾੜੇ ਮੇਰਾ ਹਰਿਆ ਨਹੀਂ ਹੈ, ਜਾਂ ਕੁਝ ਕਹਾਣੀਆਂ ਦੀ ਆਪਾਂ ਹੌਂਟਡ ਹਾਊਸ ਦੀਆਂ ਗੱਲਾਂ ਵਿੱਚੋਂ ਮੈਂ ਪੜ੍ਹ ਕੇ ਵੀ ਸੁਣਾਈਆਂ ਸੀਗੀਆਂ ਤੁਹਾਨੂੰ ਪਿੱਛੇ, ਜਿਹੜੀਆਂ ਉਹਨੇ ਆਪਣੀ ਕਹਾਣੀ ਸੰਗ੍ਰਹਿ ਦੇ ਦਿੱਤੀਆਂ ਹੋਈਆਂ ਨੇ। ਸਰਗੀ ਦੀ ਕਹਾਣੀਆਂ ਦੀ ਖੂਬਸੂਰਤੀ, ਵਿਸ਼ਿਆਂ ਦੀ ਬਨਸਵੰਨਤਾ ਤਾਂ ਹੈ ਹੀ। ਜਿਸ ਵਿਸ਼ੇ ਨੂੰ, ਜਿਸ ਮੁਹਾਵਰੇ ਦੀ ਲੋੜ ਆ, ਜਿਸ ਪ੍ਰੋਵਰਬ ਦੀ ਲੋੜ ਆ, ਜਿਸ ਅੰਦਾਜ਼ ਦੀ ਲੋੜ ਹੈ, ਸਰਗੀ ਕੋਲ ਉਹ ਨਵੇਕਲਾ ਅੰਦਾਜ਼ ਤੇ ਭਾਸ਼ਾ ਉਹਦੀ ਆਪਣੀ ਹੈ। ਅਸੀਂ ਦਲਵੀਰ ਚੇਤਨ ਹੋਰਾਂ ਨੂੰ ਵੀ ਪੜ੍ਹਿਆ ਹੋਇਆ ਹੈ, ਕਿਤੇ ਨਾ ਕਿਤੇ ਖੂਨ ਧੜਕ ਪੈਂਦਾ ਹੈ, ਪਰ ਖੂਨ ਸਰਗੀ 'ਚ ਤਾਂ ਖੂਨ ਦਲਵੀਰ ਚੇਤਨ ਦਾ ਹੀ ਹੈ। ਕਹਾਣੀਆਂ 'ਚ ਚੇਤਨ ਦੀ ਸ਼ੈਲੀ ਦਾ ਖੂਨ ਮੈਨੂੰ ਨਹੀਂ ਲੱਭਿਆ। ਸਰਗੀ ਦਾ ਇੱਕ ਆਪਣਾ ਵਿਅਕਤਿਤਵ ਹੈ, ਇੱਕ ਆਪਣਾ ਚਿੰਤਨ ਮੰਥਨ ਹੈ, ਇੱਕ ਆਪਣੀ ਆਭਾ ਹੈ। ਸਾਡੀ ਉਹ ਅਜੀਜ਼ ਦੋਸਤ ਹੈ, ਸਾਡੀ ਅਸੀਂ ਸਾਨੂੰ ਪਿਆਰ ਕਰਦੇ, ਅਸੀਂ ਸਾਰੇ ਇੱਕ ਦੂਜੇ ਦੀ ਲਈ ਹਵਾ ਆ, ਹਵਾ ਪਾਣੀ ਹੈ ਇੱਕ ਦੂਸਰੇ ਵਾਸਤੇ। ਮੈਂ ਸਿਰਫ ਵਧਾਈ ਦੇਣੀ ਸੀ ਸਰਗੀ ਦੇ ਕਹਾਣੀ ਸੰਗ੍ਰਹਿ ਦੇ ਉੱਤੇ, ਕਿਤੇ ਲਿਖ ਕੇ ਆਵਾਂਗਾ ਮੈਂ ਤਾਂ ਇਹ ਵਧਾਈ ਦੇ ਹਵਾਲੇ ਦੇ ਨਾਲ ਹੀ ਕੁਝ ਗੱਲਾਂ ਸਰਗੀ ਦੇ ਕਹਾਣੀ ਸੰਗ੍ਰਹਿ ਬਾਰੇ ਕੀਤੀਆਂ ਨੇ। ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਚੇਤਨਾ ਪ੍ਰਕਾਸ਼ਨ ਨੂੰ ਵਧਾਈ ਦਿੰਦੇ ਹਾਂ, ਸਰਗੀ ਨੂੰ ਵਧਾਈ ਦਿੰਦੇ ਹਾਂ, ਸਰਗੀ ਦੇ ਸਾਰੇ ਦੋਸਤਾਂ ਸਹੇਲੀਆਂ ਨੂੰ ਜਿਹੜੇ ਉਹਨੂੰ ਪਿਆਰ ਕਰਦੇ ਆ, ਅਤੇ ਪਾਠਕਾਂ ਨੂੰ ਇਹ ਸੰਗ੍ਰਹਿ ਪੜ੍ਹਨ ਦੀ ਸਿਫਾਰਿਸ਼ ਕਰਦੇ ਹਾਂ। ਕਿਤੇ ਤਹਿ ਦਿਲ 'ਚੋਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਦੀਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ, ਅਤੇ ਵਧਾਈਆਂ ਵਿਸ਼ਵਕਰਮਾ ਡੇ ਦੀਆਂ ਵੀ, ਕਿਉਂਕਿ ਉਸ ਵੇਲੇ ਤੁਸੀਂ ਪੂਜਾ ਕਰ ਰਹੇ ਹੋਵੋਗੇ ਵਿਸ਼ਵਕਰਮਾ ਦੀ, ਜਿਹੜਾ ਆਰਟੀਜ਼ਨਾਂ ਦਾ ਰੱਬ ਹੈ, ਜਿਹੜਾ ਦਸਤਕਾਰਾਂ ਦਾ ਰੱਬ ਹੈ, ਜਿਹੜਾ ਉਹਨਾਂ ਲੋਕਾਂ ਦਾ ਰੱਬ ਹੈ ਜਿਨ੍ਹਾਂ ਨੇ ਉਣਨਾ, ਬੁਣਨਾ, ਕੱਤਣਾ, ਪਰੋਣਾ, ਸਿੱਝਣਾ, ਪਿੰਜਣਾ, ਬਣਾਉਣਾ, ਉਸਾਰਨਾ ਹੁੰਦਾ ਆ, ਜਿਹੜੇ ਵਿਕਾਸ 'ਚ ਹਿੱਸਾ ਪਾ ਰਹੇ ਹੁੰਦੇ ਨੇ ਆਪਣੇ ਦਸਤ ਦੇ ਨਾਲ, ਦਸਤਕਾਰਾਂ ਦਾ। ਵਿਸ਼ਵਕਰਮਾ ਡੇ ਦੀ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ, ਅਤੇ ਸਰਗੀ ਲਈ ਇੱਕ ਵਾਰ ਫੇਰ ਦੁਆਵਾਂ।